ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਡਾਹਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬੇਸ਼ੁਮਾਰ ਅਥਾਹ ਅਗੰਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਇੱਥੋਂ ਦੀ ਮਰਿਆਦਾ ਦੇ ਮੁਤਾਬਕ ਆਪ ਜੀ ਨਿਤਾ ਪ੍ਰਤੀ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਸਰਵਨ ਕਰਦੇ ਹੋ। ਅੱਜ ਦਾ ਪਾਵਨ ਸ਼ਬਦ, ਜਿਸ ਦਾ ਮੂਲ ਪਾਠ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਮਿਲ ਕੇ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਆਓ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਮਹੱਲਾ ਚੌਥਾ। ਗੌੜੀ ਰਾਗ ਹੈ। ਗੌੜੀ ਰਾਗ ਦੀਆਂ ਕਈ ਕਿਸਮਾਂ ਨੇ। ਇਸ ਸ਼ਬਦ ਦੇ ਨਾਲ ਗੌੜੀ ਪੂਰਬੀ ਵਰਤਿਆ। ਮਹੱਲਾ ਚੌਥਾ ਤੋਂ ਭਾਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ
ਚੌਥੇ ਸਰੂਪ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਗੁਰਮਤਿ ਬਾਜੈ ਸ਼ਬਦ ਅਨਾਹਦ, ਗੁਰਮਤਿ ਮਨੁਆ ਗਾਵੈ। ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਗੁਰਮਤਿ ਬਾਜੈ ਸ਼ਬਦ ਅਨਾਹਦ, ਗੁਰਮਤਿ ਮਨੁਆ ਗਾਵੈ। ਗੁਰਮਤਿ ਸ਼ਬਦ, ਇਸ ਸ਼ਬਦ ਦੇ ਵਿੱਚ ਬਾਰ-ਬਾਰ ਰਿਪੀਟ ਕੀਤਾ ਹੈ। ਭਾਵੇਂ ਇਹ ਸ਼ਬਦ ਅੱਖਰ ਉਚਾਰਨ ਕਰਨ ਲੱਗਿਆਂ ਬਹੁਤ ਛੋਟਾ ਹੈ, ਪਰ ਇਸ ਦੇ ਅਰਥਾਂ ਨੂੰ ਸਮਝੀਏ ਤੇ ਸਾਧ ਸੰਗਤ ਸਾਨੂੰ ਸਤਿਗੁਰਾਂ ਦੀ ਕਿਰਪਾ, ਅਕਾਲ ਪੁਰਖ ਦੀ ਕਿਰਪਾ ਇਸ ਅੱਖਰ ਦੇ ਰਾਹੀਂ ਜੀਵਨ ਦੇ ਅੰਦਰ ਪ੍ਰਾਪਤ ਹੋ ਸਕਦੀ ਹੈ। ਕਹਿਣ ਮਾਤਰ ਇਹ ਅੱਖਰ ਬਹੁਤ ਵਰਤਿਆ ਜਾਂਦਾ ਹੈ। ਆ ਜਿੰਨੇ ਕੀਰਤਨ ਦਰਬਾਰ ਹੁੰਦੇ ਨੇ, ਕਥਾ ਦਰਬਾਰ ਹੁੰਦੇ ਨੇ, ਉਹਨਾਂ ਦੀ ਅਨਾਉਂਸਮੈਂਟ ਜਾਂ ਇਸ਼ਤਿਹਾਰਬਾਜ਼ੀ ਜਦੋਂ ਕੀਤੀ ਜਾਂਦੀ ਹੈ, ਅੱਖਰ ਵਰਤਿਆ ਜਾਂਦਾ ਹੈ ਗੁਰਮਤਿ ਸਮਾਗਮ। ਠੀਕ ਹੈ, ਜਿੱਥੇ ਗੁਰਬਾਣੀ ਦਾ ਕੀਰਤਨ ਹੈ, ਗੁਰਬਾਣੀ ਦੀ ਕਥਾ ਹੈ, ਵਿਚਾਰ ਹੈ, ਉਸ ਸਮਾਗਮ ਵਾਸਤੇ ਇਹ ਅੱਖਰ ਵਰਤਣਾ ਬੜਾ ਹੀ ਢੁੱਕਦਾ ਹੈ। ਪਰ ਵੇਖਣਾ ਆਪਾਂ ਨੇ ਇਹ ਹੈ ਕਿ ਜਿੰਨੇ ਵੀ ਸਮਾਗਮ ਹੁੰਦੇ ਹਨ, ਉਹਨਾਂ ਦੇ ਵਿੱਚ ਕਿੰਨੀ ਕੁ ਗੁਰੂ ਦੀ ਜਿਹੜੀ ਮੱਤ ਹੈ ਉਹ ਵਰਤੀ ਜਾਂਦੀ ਹੈ, ਜਾਂ ਕਿੰਨੇ ਹਨ ਜਿਹੜੇ ਸ਼ਰਧਾਲੂ ਪ੍ਰੇਮੀ ਆਏ, ਉਹਨਾਂ ਨੇ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ ਹੈ। ਕਿਉਂਕਿ ਹਰ ਸਮਾਗਮ ਦੀ ਆਊਟਪੁੱਟ ਹੁੰਦੀ ਹੈ, ਨਤੀਜਾ ਕੀ ਹੈ, ਰਿਜ਼ਲਟ ਕੀ ਹੈ, ਇਹ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਤੇ ਸਾਨੂੰ ਯਾਨੀ ਸ਼ਬਦ ਦੇ ਨਾਲ ਵਰਤਿਆ, ਜਿਹਨੂੰ ਆਪਾਂ ਕਹਿੰਦੇ ਅਣਜਾਣ। ਸਤਿਗੁਰੂ ਜੀ ਆਖਦੇ ਨੇ, ਹੇ ਅਣਜਾਣ ਬੰਦੇ, ਜੇ ਤੂੰ ਰੱਬ ਦੀ ਭਗਤੀ ਕਰਨੀ ਹੈ, ਵੈਸੇ ਜੇ ਸ਼ਬਦ ਮੈਂ ਵਰਤਿਆ, ਮਨੁੱਖਾ ਜੀਵਨ ਜਿਹੜਾ ਮਿਲਿਆ ਹੀ ਰੱਬ ਦੀ ਇਬਾਦਤ ਕਰਨ ਵਾਸਤੇ ਆ, ਰੱਬ ਦੀ ਬੰਦਗੀ ਕਰਨ ਵਾਸਤੇ ਆ। ਜੇ ਸ਼ਬਦ ਮੈਂ ਤਾਂ ਵਰਤਿਆ ਵੀ ਇਸ ਕਰਮ ਨੂੰ ਅਸੀਂ ਬਹੁਤ ਘੱਟ ਧਿਆਨ ਦੇ ਕੇ ਆਪਣੇ ਜੀਵਨ ਦੇ ਅੰਦਰ ਵਰਤਦੇ ਹਾਂ। ਸਾਰੀ ਜ਼ਿੰਦਗੀ ਸਾਡੀ ਦੁਨਿਆਵੀ ਕਿਰਤ ਵਿਰਤ ਕਰਦਿਆਂ ਹੀ ਲੰਘ ਜਾਂਦੀ ਹੈ, ਪਰ ਜਿਹੜੀ ਬੰਦਗੀ ਵਾਲੀ ਗੱਲ ਹੈ ਉਹ ਸਾਡੇ ਜੀਵਨ ਦੇ ਅੰਦਰ ਬਹੁਤ ਘੱਟ ਹੈ। ਵੈਸੇ ਅਸੀਂ ਪੜ੍ਹਦੇ ਹਾਂ, ਬੰਦੇ ਬੰਦਗੀ ਇਖਤਿਆਰ, ਇਹ ਬੰਦੇ ਤੂੰ ਆਪਣੇ ਜੀਵਨ ਦੇ ਅੰਦਰ ਰੱਬ ਦੀ ਬੰਦਗੀ ਨੂੰ ਅਖਤਿਆਰ ਕਰ, ਅਪਣਾਉਣਾ ਕਰ, ਆਪਣੇ ਜੀਵਨ ਦੇ ਅੰਦਰ ਕਰ। ਇੱਥੋਂ ਤੱਕ ਗੁਰਬਾਣੀ ਗੁਰੂ ਨੇ ਸਾਡੇ ਉੱਤੇ ਕਿਰਪਾ ਕੀਤੀ, ਕਰ ਬੰਦੇ ਤੋਂ ਬੰਦਗੀ ਜਿਚਰ ਘਟ ਮੈਂ ਸਾਹ। ਜਦੋਂ ਤੱਕ ਤੇਰੇ ਅੰਦਰ ਸਵਾਸ ਚੱਲ ਰਹੇ ਹਨ, ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰ। ਰੱਬ ਕੋਲੋਂ, ਰੱਬ ਦੇ ਪਿਆਰਿਆਂ ਨੇ ਬੜਾ ਕੁਝ ਮੰਗਿਆ ਤੇ ਨਾਲ ਸਾਨੂੰ ਇਹ ਪ੍ਰੇਰਨਾ ਕੀਤੀ, ਭਾਈ ਜੋ ਕੁਝ ਵੀ ਰੱਬ ਦੇ ਦਰ ਤੋਂ ਮੰਗਾਂਗੇ
ਸਾਨੂੰ ਉਹ ਜੀਵਨ ਦੇ ਅੰਦਰ ਪ੍ਰਾਪਤ ਹੋਵੇਗਾ, ਕਿਉਂਕਿ ਰੱਬ ਹਰ ਚੀਜ਼ ਦੇਣ ਦੇ ਸਮਰੱਥ ਹੈ। ਇਸੇ ਵਾਸਤੇ ਉਹਨੂੰ ਦਾਤਾ ਕਿਹਾ ਹੈ। ਸਾਧ ਸੰਗਤ, ਜਿੱਥੇ ਵੀ ਮੰਗਾਂਗੇ, ਜਦੋਂ ਵੀ ਮੰਗਾਂਗੇ, ਜਿਸ ਸਮੇਂ ਮੰਗਾਂਗੇ, ਵਾਹਿਗੁਰੂ ਪਰਮਾਤਮਾ ਹਰ ਸਮੇਂ, ਹਰ ਥਾਂ, ਹਰ ਵੇਲੇ, ਹਰ ਬੰਦੇ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਤੇ ਬੜੇ ਪਿਆਰੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹੁਣ ਇਹ ਅੱਖਰ ਆਪਾਂ ਜਦੋਂ ਅਰਥ ਕਰਾਂਗੇ ਤੇ ਕੋਈ ਔਖੇ ਨਹੀਂ। ਜੋ ਜੋ ਮੰਗਾਂਗੇ ਵਾਹਿਗੁਰੂ ਪਰਮਾਤਮਾ ਦੇ ਕੋਲੋਂ, ਸੋ ਸੋ ਵਾਹਿਗੁਰੂ ਪਰਮਾਤਮਾ ਦੇਣ ਦੇ ਸਮਰੱਥ ਹੈ। ਤੇ ਪਿਆਰਿਓ, ਅਸੀਂ ਦੁਨਿਆਵੀ ਦਾਤਾਂ ਰੱਬ ਕੋਲੋਂ ਹੀ ਮੰਗਣੀਆਂ ਨੇ। ਰੱਬ ਨੇ ਸਾਨੂੰ ਦੁਨਿਆਵੀ ਦਾਤਾਂ ਦੇਣੀਆਂ ਨੇ, ਕਿਉਂਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਰੱਬ ਹੀ ਦਿੰਦਾ ਹੈ ਸਾਰਿਆਂ ਨੂੰ ਦਾਤਾ, ਤੇ ਉਸ ਰੱਬ ਦੀ ਇਬਾਦਤ ਆਪਾਂ ਆਪਣੇ ਜੀਵਨ ਦੇ ਅੰਦਰ ਕਰਨੀ ਹੈ। ਬਾਬਾ ਫਰੀਦ ਜੀ ਦੇ ਬੜੇ ਪਿਆਰੇ ਬਚਨ ਨੇ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ, ਮੈਂ ਤੇਰੇ ਦਰ ਤੋਂ ਮੰਗਦਾ ਹਾਂ, ਮੇਰੇ ਉੱਤੇ ਕਿਰਪਾ ਕਰ, ਮੈਨੂੰ ਆਪਣੀ ਭਗਤੀ ਦੀ ਦਾਤ ਦੇ। ਮੈਂ ਬੇਨਤੀ ਕਰ ਰਿਹਾ ਸੀ ਸਾਧ ਸੰਗਤ, ਰੱਬ ਦੀ ਭਗਤੀ ਕਰਨੀ ਹਰ ਇਨਸਾਨ ਦਾ ਫਰਜ਼ ਹੈ। ਭਾਵੇਂ ਉਹ ਸਿੱਖ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਈਸਾਈ ਹੋਵੇ, ਭਾਵੇਂ ਹਿੰਦੂ ਹੋਵੇ, ਕਿਸੇ ਮਜ਼ਹਬ ਨਾਲ ਸੰਬੰਧਿਤ ਹੋਵੇ, ਪਰ ਇਬਾਦਤ ਕਰਨੀ। ਹਾਂ, ਇਬਾਦਤ ਕਰਨ ਦਾ ਢੰਗ ਹਰ ਧਰਮ ਨੇ, ਹਰ ਮਜ਼ਹਬ ਨੇ ਆਪਣੇ ਆਪਣੇ ਢੰਗ ਨਾਲ ਦੱਸਿਆ ਹੈ, ਪਰ ਕਰਨੀ ਜ਼ਰੂਰ ਹੈ। ਕਿਉਂਕਿ ਆਪਾਂ ਜਦੋਂ ਭੋਗ ਦੇ ਸ਼ਲੋਕ ਪੜ੍ਹਦੇ ਹਾਂ ਨਾ, ਅਖੀਰ ਵਿੱਚ ਬਾਣੀ ਦੇ ਵਿੱਚ ਮਹਾਰਾਜ ਨੇ ਉੱਥੇ ਇੱਕ ਬੜੀ ਪਿਆਰੀ ਗੱਲ ਕੀਤੀ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ। ਬੰਦਿਆਂ ਤੋਂ ਗੁਣ ਗਾਣੇ ਸੀ, ਰੱਬ ਦੀ ਬੰਦਗੀ ਕਰਨੀ ਸੀ, ਰੱਬ ਦੀ ਇਬਾਦਤ ਕਰਨੀ ਸੀ, ਰੱਬ ਦੀਆਂ ਸਿਫਤਾਂ ਕਰਨੀਆਂ ਸੀ, ਪਰ ਤੂੰ ਕੀਤੀਆਂ ਨਹੀਂ। ਤੇ ਨਾਲ ਹੀ ਦੱਸ ਦਿੱਤਾ ਵੀ ਨਹੀਂ ਕੀਤੀਆਂ ਨਾ, ਇਸ ਦਾ ਰਿਜ਼ਲਟ ਕੀ ਨਿਕਲਿਆ, ਪ੍ਰਮਾਣ ਕੀ ਨਿਕਲਿਆ। ਮਹਾਰਾਜ ਆਖਦੇ ਨੇ, ਪਿਆਰਿਆ ਧਿਆਨ ਰੱਖੀ, ਜਨਮ ਅਜਾਈ ਚਲਾ ਗਿਆ, ਜਨਮ ਐਵੇਂ ਹੀ ਬਤੀਤ ਹੋ ਗਿਆ। ਕਿਉਂਕਿ ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ ਪੇਟ ਭਰਿਓ, ਪਸਵਾ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਮੈਂ ਬੇਨਤੀ ਕਰ ਰਿਹਾ ਸੀ, ਰੱਬ ਦੀ ਇਬਾਦਤ ਕਰਨੀ ਹੈ, ਰੱਬ ਦੀ ਬੰਦਗੀ ਕਰਨੀ ਹੈ, ਪਰ ਬੰਦਗੀ ਕਦੋਂ ਹੋਵੇਗੀ? ਸਤਿਗੁਰੂ ਮਹਾਰਾਜ ਆਖਦੇ ਨੇ, ਜਦੋਂ ਗੁਰੂ ਦੀ ਮੱਤ ਜੀਵਨ ਦੇ ਅੰਦਰ ਧਾਰਨ ਕਰਾਂਗੇ। ਹਾਂ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਨਹੀਂ ਕੀਤਾ, ਬੜੇ ਸਿਆਣੇ ਸਿਆਣੇ ਇਨਸਾਨ, ਵਿਦਵਾਨ ਲੋਕ ਇਸ ਦੁਨੀਆ ਦੇ ਅੰਦਰ ਆਏ, ਪਰ ਸਾਧ ਸੰਗਤ ਇਬਾਦਤ ਤੋਂ ਬਗੈਰ ਉਹਨਾਂ ਦਾ ਸਾਰਾ ਜੀਵਨ ਇਦਾਂ ਚਲਾ ਗਿਆ, ਇਸ ਭਵ ਸਾਗਰ ਦੇ ਅੰਦਰ ਡੁੱਬ ਗਏ। ਭਾਵ ਫਿਰ ਜਨਮ ਮਰਨ ਦਾ ਚੱਕਰ ਉਹਨਾਂ ਦੇ ਉੱਤੇ ਲਾਗੂ ਹੋ ਗਿਆ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਸੁਕਰਾਤ ਨਦੀ ਕਿਨਾਰੇ ਜਿਹੜਾ ਨਾ ਸਾਧ ਸੰਗਤ ਤੁਰਿਆ ਜਾ ਰਿਹਾ ਹੈ, ਬੈਠਾ ਹੋਇਆ ਆਪਣੇ ਟਿਕਾਣੇ ਤੇ ਇੱਕ ਬੱਚਾ, ਤੇ ਬੱਚਾ ਜਿਹੜਾ ਹੈ ਨਾ ਉਹ ਰੋ ਰਿਹਾ ਹੈ। ਤੇ ਬੱਚੇ ਨੂੰ ਸੁਕਰਾਤ ਪੁੱਛਦਾ ਬੱਚੇ ਨੂੰ, ਵੀ ਤੂੰ ਰੋ ਕਿਉਂ ਰਿਹਾ ਹੈ? ਉਹਨੇ ਜਵਾਬ ਦਿੱਤਾ, ਕਹਿਣ ਲੱਗਾ ਵੀ ਮੇਰੇ ਰੋਣ ਦਾ ਕਾਰਨ ਇਹ ਹੈ ਕਿ ਮੈਂ ਇਸ ਸਮੁੰਦਰ ਕਿਨਾਰੇ ਸਵੇਰ ਦਾ ਖੜਾ ਹੋਇਆ ਹਾਂ, ਤੇ ਆ ਮੇਰੇ ਹੱਥ ਦੇ ਵਿੱਚ ਬਰਤਨ ਹੈ, ਤੇ ਮੈਂ ਕਹੀ ਜਾ ਰਿਹਾ ਹਾਂ ਕਿ ਇਹ ਸਮੁੰਦਰ ਇਸ ਬਰਤਨ ਦੇ ਅੰਦਰ ਬੰਦ ਹੋ ਜਾਵੇ, ਤੇ ਮੇਰੀ ਇੱਛਾ ਪੂਰੀ ਨਹੀਂ ਹੋ ਰਹੀ, ਕਿਉਂਕਿ ਸਮੁੰਦਰ ਜਿਹੜਾ ਹੈ ਨਾ ਉਹ ਬਰਤਨ ਦੇ ਵਿੱਚ ਬੰਦ ਨਹੀਂ ਹੋ ਰਿਹਾ। ਤੇ ਧਿਆਨ ਦੇਵੋ ਸਾਧ ਸੰਗਤ, ਇੱਧਰ ਸੁਕਰਾਤ ਜਿਹੜਾ ਨਾ ਜਦੋਂ ਗੱਲ ਸੁਣਦਾ ਹੈ ਤੇ ਉਹ ਵੀ ਨਾਲ ਦੀ ਨਾਲ ਰੋਣ ਲੱਗ ਪੈਂਦਾ ਹੈ। ਹੁਣ ਬੱਚਾ ਪੁੱਛਦਾ ਹੈ ਵੀ ਤੂੰ ਕਿਉਂ ਰੋਣਾ ਹੈ, ਤੇਰੇ ਰੋਣ ਦਾ ਕਾਰਨ ਕੀ ਹੈ? ਧਿਆਨ ਦੇਵੋ ਸਾਧ ਸੰਗਤ, ਕਹਿਣ ਲੱਗਾ, ਪੁੱਤਰ ਤੇਰੇ ਵਾਲੀ ਹਾਲਤ ਮੇਰੀ ਵੀ ਜੀਵਨ ਦੇ ਅੰਦਰ ਹੈ। ਜਿਸ ਰਾਹ ਤੂੰ ਤੁਰਿਆ ਹੋਇਆ ਹੈ, ਇਸ ਰਾਹ ਹੀ ਮੈਂ ਤੁਰਿਆ ਹੋਇਆ ਹਾਂ। ਕਹਿੰਦੇ ਨੇ ਬੱਚੇ ਨੇ ਕੀ ਕੀਤਾ, ਸਾਹਮਣੇ ਵੇਖ ਕੇ ਨਾ ਸੁਕਰਾਤ ਦੇ ਉਹ ਜਿਹੜਾ ਪਿਆਲਾ ਹੱਥ ਵਿੱਚ ਫੜਿਆ ਹੋਇਆ ਸੀ, ਜਿਸ ਵਿੱਚ ਸਮੁੰਦਰ ਬੰਦ ਕਰਨਾ ਚਾਹੁੰਦਾ ਸੀ,
बस वगा के समुंदर दे अंदर मारिया ते खिड़खड़ा के हस पिया, हसन लग पिया। जदों हसिया ते सुकरात ने पुछया भी हुण क्यों हसदा है? कहन लगा भी मैं सोचिया रब ने मैनू अकल दिती, बुद्ध दिती, जे प्याला समुंदर दे विच, प्याले विच समुंदर बंद नहीं हो सकदा ते घट्टो घट जिहड़ा है ना समुंदर दे विच प्याला जिहड़ा है ये तां जा सकदा है, उस विच समा सकदा है। सुकरात कहन लगा पुत्रा मेरी भी हालत बिल्कुल ये है, मैं बुद्धि रूपी प्याले दे अंदर रब दी जिहड़ी कुदरत है इनू बंद करना चाहता हाँ, पर कर मैं भी नहीं सकिया। पर तेरे कोलों ये गुण मिल गया है, जे मैं कादर दी कुदरत नू अपनी बुद्धि रूपी प्याले दे विच नहीं बंद कर सकदा, घट्टो घट रब दी किरपा दा पात्र बन के, रब दी बख्शिश दा पात्र बन के, उस दे गुण गा के उस दी किरपा दा पात्र तां बन सकदा ना। साध संगत गुरु अर्जन देव जी महाराज ने बड़ा प्यारा बचन किया है। सतगुरु महाराज किरपा करदे ने गुर की मत तो लह आणे, भगत बिना बौ डूबे सियाने। ऐ अनजान बंदे अपनी मत दा त्याग कर ते गुरु दी मत अपने जीवन दे अंदर धारण कर लै, गुरु दी मत अनुसार तुर पै, फिर रब दी इबादत तू कर सकदा है, बंदगी कर सकदा है। नहीं तां सियाने सियाने बंदे इस संसार समुंदर दे अंदर रब दी भगती तो बगैर डुब गए ने। भाई गुरदास जी नूं पुछिए, भाई साहब जी किरपा करके दसो, जे गुरु दी मत जीवन दे अंदर आ जावे ते फिर जीवन दे अंदर तब्दीली की आंदी है, किरपा की होंदी है, बख्शिश की होंदी है। ते भाई साहब जी ने कुछ दुनियावी प्रमाण साडी जिंदगी दे विचों दिते। भाई साहब कहंदे ने तुसीं वेखदे हो ना, जदों हवा चलदी है ते पतंग जिहड़ी ना वो आसमान दे अंदर उड़दी है, पर जदों हवा बंद हो जावे ते फिर जिहड़ी पतंग है वो उड़ नहीं सकदी। दूजा दृष्टांत उदाहरण दिती कि तुसीं वेखदे हो डोरी नूं वट चढ़िया होवे, लाटू उस दे नाल बन्निया होवे, जदों तक डोरी नूं वट चढ़िया होया है उदों तक लाटू घूमेगा, जदों वट लह जावेगा ना उस तो बाद वो लाटू घूमेगा नहीं। फिर तीजी उदाहरण दिती, सोना मिलावट वाला होवे ते कुठारी दे विच सुनियार जदों पांदा उहनूं शुद्ध करन दे लई, जदों तक मिलावट है तदों तक वो सोना कुठारी दे विच घुमदा रहेगा, पर जदों सोना शुद्ध हो जाएगा, मिलावट निकल जाएगी, ते फिर वो सोना ठहर जाता है, रुक जाता है, फिर वो घूमदा नहीं। भाई साहब जी ने 3 उदाहरणां साडी जिंदगी दे विचों दित्तियां। भाई साहब आखदे ने पवन गवन जैसे गुडिया उड़त रहे, पवन रहत गुडी उड़ न सकत है, डोरी की मरोर जैसे लटवा फिरत रहे, हाओ ताओ मिटै गिर परै हुए थकत है, कंचन असुद्ध ज्यों कुठारी ठहरात नाही, शुद्ध पै नेचर शब को शकत है। फिर अखीर विच किरपा कीती, दुरमत दुबदा भ्रमत है चतर कुंट। जदों तक अंदर भैड़ी मत है, दुबदा है, द्वैत है, तदों तक ये मन जिहड़ा ना साध संगत चार चफेरे घूमदा रहेगा, उडारियां मारदा रहेगा। कब हों जीड़ा ऊब चढ़त है, कब हों जाए प्याले, दुरमत दुबदा भ्रमत चतर कुंट। गुरमत एक टेक मौन ना भगत है। जिन्हां ने गुरु दी मत दा आसरा लै लिया, गुरु दे उपदेश नूं जीवन दे अंदर धारण कर लिया। वैसे मैं बेनती कर देवां साध संगत,
ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਥ ਭੀੜੀ। ਗੁਰਮਤ ਨੂੰ ਕਮਾਉਣਾ ਜੀਵਨ ਦੇ ਅੰਦਰ ਇਉਂ ਹੈ ਜਿਵੇਂ ਖੰਡੇ ਦੀ ਧਾਰ ਤੇ ਚੱਲਣਾ, ਭੀੜੀ ਗਲੀ ਦੇ ਵਿੱਚੋਂ ਲੰਘਣਾ। ਬਾਬਾ ਨਾਨਕ ਜੀ ਨੇ ਇਹਨੂੰ ਇਉਂ ਕਹਿ ਦਿੱਤਾ ਹੈ, ਜਾਓ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਕੀਜੈ। ਗੁਰੂ ਦੀ ਮੱਤ ਤੇ ਚੱਲਣ ਵਾਸਤੇ ਸਾਧ ਸੰਗਤ ਇਉਂ ਹੀ ਜੀਵਨ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਦਾ ਜਿਹੜਾ ਹੈ ਉਹ ਮੁਕਾਬਲਾ ਕਰਨਾ ਪੈਂਦਾ ਹੈ। ਕਈ ਗੱਲਾਂ ਜਿਹੜੀਆਂ ਹਨ ਉਹਨਾਂ ਨੂੰ ਜੀਵਨ ਦੇ ਅੰਦਰ ਛੱਡਣਾ ਪੈਂਦਾ ਹੈ, ਕਿਉਂਕਿ ਕੰਮ ਉਹ ਜੀਵਨ ਦੇ ਅੰਦਰ ਧਰਨ ਕਰਨਾ ਹੈ ਜਿਹੜਾ ਸਾਨੂੰ ਗੁਰੂ ਦੇ ਨੇੜੇ ਲੈ ਜਾਵੇ। ਪਰ ਅੱਜ ਅਸੀਂ ਧਿਆਨ ਮਾਰਨਾ ਹੈ, ਬਾਣੀ ਪੜ੍ਹਦਿਆਂ ਵੀ, ਕੀਰਤਨ ਸਰਵਨ ਕਰਦਿਆਂ ਵੀ, ਕਥਾ ਵਿਚਾਰਾਂ ਸੁਣਦਿਆਂ ਵੀ ਗੁਰਮਤ ਘੱਟ ਹੈ ਤੇ ਮਨ ਮਤ ਜਿਹੜੀ ਹੈ ਇਹ ਸਾਡੇ ਹਰ ਕੰਮ ਦੇ ਵਿੱਚ ਜ਼ਿਆਦਾ ਹੈ। ਫਿਰ ਧਿਆਨ ਦੇਵਿਓ, ਗੁਰਮਤ ਦਾ ਜਿਹੜਾ ਰਾਹ ਹੈ ਇਹ ਖੰਡੇ ਧਾਰ ਹੈ, ਇਹ ਭੀੜੀ ਗਲੀ ਵਾਲੀ ਗੱਲ ਹੈ। ਪਰ ਜਿਹੜਾ ਸਾਧ ਸੰਗਤ ਦੁਨੀਆ ਵਾਲਾ ਰਾਹ ਹੈ ਇਹ ਬੜਾ ਸੌਖਾ ਹੈ। ਦੁਨੀਆ ਵਾਲੇ ਰਾਹ ਤੇ ਇਉਂ ਕਹਿ ਲਈਏ ਵੀ ਜੇ ਆਪਾਂ ਪਾਣੀ ਉੱਚੀ ਜਗ੍ਹਾ ਤੇ ਲੈ ਕੇ ਜਾਣਾ ਹੋਵੇ ਤੇ ਮਸ਼ੱਕਤ ਕਰਨੀ ਪਵੇਗੀ, ਪਰ ਜੇ ਪਾਣੀ ਨਿਵਾਨ ਵਾਲੇ ਪਾਸੇ ਲਿਜਾਣਾ ਹੋਵੇ ਤੇ ਮੁਸ਼ੱਕਤ ਕਰਨ ਦੀ ਲੋੜ ਨਹੀਂ, ਮਿਹਨਤ ਕਰਨ ਦੀ ਲੋੜ ਨਹੀਂ। ਪਾਣੀ ਆਪਣੇ ਆਪ ਹੀ ਨੀਵੇਂ ਪਾਸੇ ਚਲਾ ਜਾਵੇਗਾ। ਚੰਗੇ ਪਾਸੇ ਜਾਣਾ ਹੋਵੇ ਮੁਸ਼ੱਕਤ ਕਰਨੀ ਪਵੇਗੀ, ਤੇ ਜੇ ਮਾੜੇ ਪਾਸੇ ਚੱਲਣਾ ਹੈ ਪਿਆਰਿਓ ਫਿਰ ਤਾਂ ਵਿਕਾਰਾਂ ਵਾਲੇ ਪਾਸੇ ਇਹ ਮਨ ਜਿਹੜਾ ਹੈ ਆਪਣੇ ਆਪ ਹੀ ਬਹਿ ਤੁਰਦਾ ਹੈ, ਕੋਈ ਮਿਹਨਤ ਕਰਨ ਦੀ ਲੋੜ ਨਹੀਂ। ਇਸੇ ਵਾਸਤੇ ਭਾਈ ਸਾਹਿਬ ਜੀ ਕਹਿੰਦੇ ਨੇ, ਦੁਰਮਤ ਦੁਬਦਾ ਭ੍ਰਮਤ ਹੈ ਚਤੁਰਕੁੰਟ, ਗੁਰਮਤ ਏਕ ਟੇਕ ਮੋਨ ਨਾ ਭਗਤ ਹੈ। ਜਿਹਨੂੰ ਗੁਰੂ ਦੀ ਮੱਤ ਆ ਗਈ। ਹੁਣ ਧਿਆਨ ਦੇਵਿਓ, ਆਪਾਂ ਬਹੁਤ ਵਾਰੀ ਇਹ ਸ਼ਬਦ ਗੌੜੀ ਰਾਗ ਦੇ ਅੰਦਰ ਵਾਰ ਦੇ ਵਿੱਚ ਪੜ੍ਹਦੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਹੁਣ ਇਹ ਸਾਰਾ ਸ਼ਬਦ ਆਪਾਂ ਵੇਖੀਏ ਤੇ ਸਤਿਗੁਰੂ ਮਹਾਰਾਜ ਨੇ ਸਾਡੀ ਰਿਤ ਦੀ ਜਿਹੜੀ ਹੈ ਰਹਿਤ ਉਹ ਇਸ ਸ਼ਬਦ ਦੇ ਅੰਦਰ ਬਿਆਨ ਕਰ ਦਿੱਤੀ। ਪਰ ਅਖੀਰ ਵਿੱਚ ਜਾ ਕੇ ਮਹਾਰਾਜ ਕਿਰਪਾ ਕਰਦੇ ਨੇ, ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ, ਸੋ ਗੁਰ ਸਿੱਖ ਗੁਰ ਕਾ ਉਪਦੇਸ਼ ਸੁਨਾਵੈ, ਤਿਸ ਗੁਰ ਕੋ ਗੁਰ ਸਿੱਖ ਕੋ ਗੁਰ ਉਪਦੇਸ਼ ਸੁਨਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਕਿਉਂਕਿ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਫਿਰ ਧਿਆਨ ਦੇਵਿਓ, ਗੁਰਮਤ ਮਹਾਰਾਜ ਆਖਦੇ ਨੇ ਜੀਵਨ ਦੇ ਅੰਦਰ ਆ ਜਾਵੇ। ਮੈਂ ਭਾਈ ਸਾਹਿਬ ਜੀ ਦਾ ਇੱਕ ਕਬਿੱਤ ਹੋਰ ਤੁਹਾਡੇ ਨਾਲ ਸਾਂਝਾ ਕਰਕੇ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਗੁਰਮਤ ਸ਼ਬਦ ਬਾਰ-ਬਾਰ ਇਸ ਸ਼ਬਦ ਦੇ ਵਿੱਚ ਆਇਆ ਹੈ। ਫਿਰ ਬੇਨਤੀ ਕਰਾਂਗਾ ਸਾਧ ਸੰਗਤ, ਕਈ ਵਾਰੀ ਅਸੀਂ ਗੁਰਮਤ ਅੱਖਰ ਜਿਹੜਾ ਹੈ ਨਾ, ਇਸ ਦੀ ਵਡਿਆਈ ਨੂੰ, ਇਸ ਦੇ ਗੁਣਾਂ ਨੂੰ ਨਹੀਂ ਸਮਝਦੇ। ਪਰ ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਭਾਈ ਸਾਹਿਬ ਆਖਦੇ ਨੇ, ਗੁਰਮਤ ਨੂੰ ਸਤ ਕਰਕੇ ਕੋਈ ਅਸੰਤ ਜਾਂ ਅਸਾਧ ਜਾਂ ਨੀਵੇਂ ਤੋਂ ਨੀਵਾਂ ਬੰਦਾ ਵੀ ਜਿਹੜਾ ਹੈ ਨਾ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਵੇ, ਉਹ ਸਾਧ ਬਣ ਜਾਂਦਾ ਹੈ। ਤੇ ਆਮ ਬੰਦਾ ਜਿਹੜਾ ਦੁਨੀਆ ਦੇ ਵਿੱਚ ਵਿਚਰਨ ਵਾਲਾ ਹੈ, ਜਿਹੜਾ ਕਿਰਤਕਾਰ ਵੀ ਕਰਦਾ ਹੈ, ਸੰਸਾਰੀ ਜ਼ਿੰਮੇਵਾਰੀ ਵੀ ਨਿਭਾਉਂਦਾ ਹੈ, ਰਿਸ਼ਤੇਦਾਰੀਆਂ ਦੇ ਵਿੱਚ ਵੀ ਆਪਣੇ ਆਪ ਨੂੰ ਵਰਤਦਾ ਹੈ, ਤੇ ਮਹਾਰਾਜ ਆਖਦੇ ਨੇ ਇਹੋ ਜਿਹਾ ਬੰਦਾ ਵੀ ਜੇ ਗੁਰਮਤ ਨੂੰ ਸਤ ਕਰਕੇ ਮੰਨ ਲਵੇ। ਗੁਰਮਤ ਕਹਿਣਾ ਹੋਰ ਗੱਲ ਹੈ, ਗੁਰਮਤ ਨੂੰ ਸਤ ਕਰਕੇ ਮੰਨਣਾ ਜਿਹੜਾ ਹੈ ਨਾ ਇਹ ਵੱਖਰੀ ਗੱਲ ਹੈ। ਦੋਵਾਂ ਚੀਜ਼ਾਂ ਦਾ ਭੇਦ ਹੈ, ਵੱਖਰੇ ਵੱਖਰੇ ਨੇ। ਗੁਰਮਤ ਦੀਆਂ ਗੱਲਾਂ ਕਰਨੀਆਂ ਹੋਰ ਗੱਲ, ਤੇ ਗੁਰਮਤ ਨੂੰ ਸਤ ਕਰਕੇ ਮੰਨ ਲੈਣਾ। ਭਾਈ ਸਾਹਿਬ ਕਹਿੰਦੇ ਨੇ ਆਮ ਬੰਦਾ ਇਹ ਗੁਰਮਤ ਨੂੰ ਸਤ ਕਰਕੇ ਮੰਨ ਲਵੇ, ਸੰਤ ਬਣ ਜਾਂਦਾ ਹੈ। ਕਿਉਂਕਿ ਸੰਤ ਦੀ ਜਿਹੜੀ ਡੈਫੀਨੇਸ਼ਨ ਹੈ ਨਾ, ਪਰਿਭਾਸ਼ਾ, ਉਹ ਇਹ ਨਹੀਂ ਕਿ ਉਹ ਪੱਗ ਕਿਹੋ ਜਿਹੀ ਬੰਨ੍ਹਦਾ ਹੈ, ਉਹ ਕੱਪੜੇ ਕਿਹੋ ਜਿਹੇ ਪਾਉਂਦਾ ਹੈ, ਨਹੀਂ। ਬਾਣੀ ਦੇ ਵਿੱਚ ਸੰਤ ਦੀ ਪਰਿਭਾਸ਼ਾ ਹੈ ਵੀ ਸੰਤ ਵਾਲੇ ਗੁਣ
ਜੀਵਨ ਦੇ ਅੰਦਰ ਹੋਣੇ ਚਾਹੀਦੇ ਨੇ। ਫਿਰ ਭਾਈ ਸਾਹਿਬ ਕਹਿੰਦੇ ਨੇ ਕੋਈ ਬੰਦਾ ਅਵਿਵੇਕੀ ਹੈ, ਜਿਹਨੂੰ ਗਿਆਨ ਹੀ ਕੋਈ ਨਹੀਂ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਵਿਵੇਕਵਾਨ ਬਣ ਜਾਂਦਾ ਹੈ, ਉਹ ਸਿਆਣਾ ਬਣ ਜਾਂਦਾ ਹੈ, ਉਹ ਗਿਆਨਵਾਨ ਬਣ ਜਾਂਦਾ ਹੈ। ਤੇ ਜਿਹੜਾ ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲੈਂਦਾ ਹੈ, ਭਾਈ ਸਾਹਿਬ ਆਖਦੇ ਨੇ ਕਾਮੀ ਵੀ ਨਿਕਾਮੀ ਹੋ ਜਾਂਦਾ ਹੈ। ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ, ਉਹਨੂੰ ਕੋਈ ਇੱਛਾ ਸੰਸਾਰ ਵਿੱਚ ਨਹੀਂ ਰਹਿ ਜਾਂਦੀ। ਫਿਰ ਅੱਗੇ ਕਿਰਪਾ ਕੀਤੀ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਅਗਿਆਨੀ ਬ੍ਰਹਮ ਗਿਆਨੀ ਬਣ ਜਾਂਦਾ ਹੈ। ਤੇ ਜਿਸ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲਵੇ, ਉਹਨੂੰ ਕੋਈ ਜਪ ਤਪ ਜਾਂ ਪੁੱਠੇ ਲਟਕਣ ਦੀ ਲੋੜ ਨਹੀਂ, ਉਹਨੂੰ ਘਰ ਵਿੱਚ ਬੈਠਿਆਂ ਹੀ ਸਹਿਜ ਜਿਹੜਾ ਹੈ ਨਾ ਉਹ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ। ਇੱਕ ਮੁਕਤੀ ਹੈ ਜਿਹੜੀ ਮਰਨ ਤੋਂ ਬਾਅਦ ਲੋਕ ਮੰਨਦੇ ਨੇ, ਪਰ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਦੀ ਮੱਤ ਨੂੰ ਸਤ ਕਰਕੇ ਮੰਨ ਲੈਂਦੇ ਨੇ, ਉਹਨਾਂ ਨੂੰ ਜਿਉਂਦਿਆਂ ਹੀ ਜੀਵਨ ਮੁਕਤ ਹੋ ਜਾਂਦੇ ਨੇ। ਤੇ ਉਹਨਾਂ ਦਾ ਘਰ ਉੱਥੇ ਬਣ ਜਾਂਦਾ ਹੈ ਜਿੱਥੇ ਕਦੀ ਉਹ ਘਰ ਉਹ ਟਿਕਾਣਾ ਚਲਾਏ ਮਾਨ ਨਹੀਂ ਹੁੰਦਾ। ਭਾਈ ਸਾਹਿਬ ਜੀ ਦੇ ਪਿਆਰੇ ਬਚਨ ਨੇ, ਗੁਰਮਤ ਸਤ ਕਰ ਅਦਮ ਅਸਾਧ ਸਾਧ, ਗੁਰਮਤ ਸਤ ਕਰ ਸੰਤ ਜੰਤ ਸੰਤ ਨਾਮ ਹੈ। ਗੁਰਮਤ ਸਤ ਕਰ ਅਵਿਵੇਕੀ ਹੋਏ ਵਿਵੇਕੀ, ਗੁਰਮਤ ਸਤ ਕਰ ਨਾ ਕਾਮ ਨਿਹ ਕਾਮ ਹੈ। ਗੁਰਮਤ ਸਤ ਕਰ ਅਗਿਆਨੀ ਬ੍ਰਹਮ ਗਿਆਨੀ, ਗੁਰਮਤ ਸਤ ਕਰ ਸਹਿਜ ਬਿਸ਼ਰਾਮ ਹੈ। ਗੁਰਮਤ ਸਤ ਕਰ ਜੀਵਨ ਮੁਕਤ ਭਏ, ਗੁਰਮਤ ਸਤ ਕਰ ਭਾਈ ਸਾਹਿਬ ਆਖਦੇ ਨੇ ਗੁਰਮਤ ਸਤ ਕਰ ਨਿਚਲ ਧਾਮ ਹੈ। ਸਤਿਗੁਰੂ ਕਿਰਪਾ ਕਰਨ ਸਾਨੂੰ ਗੁਰੂ ਦੀ ਮੱਤ ਆ ਜਾਵੇ ਤੇ ਅਸੀਂ ਇਹ ਬਚਨ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਈਏ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੁਣ ਇੱਥੇ ਮਹਾਰਾਜ ਪਹਿਲੀ ਪੰਕਤੀ ਦੇ ਅੰਦਰ ਕਿਰਪਾ ਕਰਦੇ ਨੇ, ਗੁਰਮਤ ਨੂੰ ਜਿਹੜਾ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲੈਂਦਾ ਹੈ, ਗੁਰੂ ਦੀ ਮੱਤ ਅਨੁਸਾਰ ਚੱਲ ਪੈਂਦਾ ਹੈ, ਜਿਸ ਦੇ ਉੱਤੇ ਇਹ ਬਚਨ ਟੁਕ ਜਾਂਦੇ ਹਨ, ਸਿੱਖਾਂ ਦਾ ਮਨ ਨੀਵਾਂ ਮਤ ਚੀ, ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਫਿਰ ਧਿਆਨ ਦੇਵਿਓ, ਉਹ ਆਪਣੇ ਜੀਵਨ ਦੇ ਅੰਦਰ ਗੁਰੂ ਦਾ ਉਪਦੇਸ਼ ਕਮਾਉਂਦਾ ਹੈ ਤੇ ਸ਼ਬਦ ਜਿਹੜਾ ਹੈ ਨਾ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਵਾਲਾ, ਉਸ ਦਾ ਰਸ ਇੱਕ ਰਸ ਜਿਹੜਾ ਹੈ ਨਾ ਉਹ ਬਣਿਆ ਰਹਿੰਦਾ ਹੈ, ਰਸ ਕਦੀ ਟੁੱਟਦਾ ਨਹੀਂ। ਸ਼ਬਦ ਦਾ ਰਸ ਉਹਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ ਤੇ ਉਸ ਦਾ ਮਨਵਾ ਜਿਹੜਾ ਹੈ ਨਾ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਕਿਉਂਕਿ ਉਹਨੂੰ ਗੁਰੂ ਦੁਆਰਾ ਪਤਾ ਲੱਗ ਜਾਂਦਾ ਹੈ, ਨਾਨਕ ਭਉਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਉਹ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਨਾ ਸਿਫਤ ਸਲਾਹ ਦੇ ਗੀਤ ਆਪਣੀ ਜ਼ਿੰਦਗੀ ਦੇ ਅੰਦਰ ਗਾਉਂਦਾ ਹੈ। ਉਹਨੂੰ ਗੁਰੂ ਕੋਲੋਂ ਇਹ ਮੱਤ ਜਦੋਂ ਪ੍ਰਾਪਤ ਹੁੰਦੀ ਹੈ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਸਮਝ ਲੈਂਦਾ, ਦੁਨੀਆ ਨਾ ਸਲਾਏ ਜੋ ਮਰ ਵੰਜਸੀ, ਲੋਕਾਂ ਨਾ ਸਲਾਏ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਈਐ ਸੱਚਾ ਵੇ ਪਰਵਾਹ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰੂ ਦਾ ਉਪਦੇਸ਼ ਕਮਾਨ ਵਾਲਾ ਜਿਹੜਾ ਹੈ ਉਸ ਦੇ ਅੰਦਰ ਸ਼ਬਦ ਦਾ ਰਸ ਲਗਾਤਾਰ ਬਣਿਆ ਰਹਿੰਦਾ ਹੈ, ਸ਼ਬਦ ਦੀ ਕਿਰਪਾ ਦਾ ਪਾਤਰ ਬਣਿਆ ਰਹਿੰਦਾ ਹੈ ਤੇ ਨਾਲ ਹੀ ਉਸ ਦਾ ਮਨਵਾ ਤੋਂ ਭਾਵ ਮਨ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਜੀਵਨ ਦੇ ਅੰਦਰ ਕਰਦਾ ਹੈ। ਵੱਡ ਭਾਗੀ ਗੁਰ ਦਰਸ਼ਨ ਪਾਇਆ, ਪਰ ਵਾਡੇ ਭਾਗਾਂ ਵਾਲਾ ਜਿਹੜਾ ਹੈ ਉਹ ਗੁਰੂ ਦੇ ਦਰਸ਼ਨ ਪਾਉਂਦਾ ਹੈ। ਸਾਧ ਸੰਗਤ, ਪਹਿਲੀ ਗੱਲ ਜਦੋਂ ਕੋਈ ਵੀ ਭਗਤਾ ਆਪ ਜੀ ਦੇ ਨਾਲ ਬਚਨ ਸਾਂਝਾ ਕਰਦਾ ਹੈ ਨਾ ਤੇ ਇਹੋ ਹੀ ਆਖਦਾ ਹੈ, ਸਾਧ ਸੰਗਤ ਵੱਡੇ ਭਾਗਾਂ ਵਾਲੇ ਹੋ। ਇਹ ਕੋਈ ਫਾਰਮੈਲਿਟੀ ਨਹੀਂ, ਤੁਹਾਡੀ ਮੁਥਾਜੀ ਨਹੀਂ, ਬਲਕਿ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਦਾ ਦਰਸ਼ਨ ਵੱਡੇ ਭਾਗਾਂ ਦੇ ਨਾਲ
ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ। ਕਿਉਂਕਿ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਗੁਰੂ ਦੇ ਦਰਸ਼ਨ, ਗੁਰੂ ਦਾ ਦੀਦਾਰ ਵੱਡੇ ਭਾਗਾਂ ਵਾਲਿਆਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ। ਧੰਨ ਧੰਨ ਗੁਰੂ ਲਿਵ ਲਾਵੈ। ਤੇ ਮਹਾਰਾਜ ਆਖਦੇ ਨੇ ਸਦਕੇ ਜਾਈਏ ਉਸ ਗੁਰੂ ਤੋਂ, ਸਦਕੇ ਜਾਈਏ ਉਸ ਗੁਰੂ ਤੋਂ ਜਿਹੜਾ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੇ ਨਾਲ ਲਿਵ ਜੋੜਨ ਵਿੱਚ ਸਹਾਈ ਹੁੰਦਾ ਹੈ। ਕਿਉਂਕਿ ਗੁਰੂ ਹੀ ਆਪਣੇ ਸ਼ਬਦ ਦੁਆਰਾ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਜੋੜਨ ਦੀ ਜਿਹੜੀ ਨਾ ਇਹ ਜੁਗਤੀ ਢੰਗ ਤਰੀਕਾ ਦੱਸਦਾ ਹੈ। ਵੈਸੇ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਰੋਜ਼ ਪੜ੍ਹਦੇ ਹਾਂ। ਆਨੰਦ ਸਾਹਿਬ ਦੇ ਅੰਦਰ 6ਵੀਂ ਪੌੜੀ ਦੇ ਅੰਦਰ ਕਿਰਪਾ ਕੀਤੀ, ਸਾਚੀ ਲਿਵੈ ਬਿਨ ਦੇ ਨਿਮਾਨੀ, ਦੇ ਨਿਮਾਨੀ ਲਿਵੈ ਬਾਝੋ, ਕਿਆ ਕਰੇ ਵਿਚਾਰੀਆ, ਤੁਧ ਬਸ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਝੋ, ਕਿਆ ਕਰੇ ਵਿਚਾਰੀਆ। ਤੇ ਹੁਣ ਆਪਾਂ ਸੋਚਦੇ ਹਾਂ ਵੀ ਸ਼ਾਇਦ ਆਪਾਂ ਬੱਚਿਆਂ ਨੂੰ ਛੱਡ ਦਈਏ, ਪਰਿਵਾਰ ਨੂੰ ਛੱਡ ਦਈਏ, ਸੰਸਾਰ ਨੂੰ ਛੱਡ ਦਈਏ ਤੇ ਫਿਰ ਸਾਡੀ ਲਿਵ ਵਾਹਿਗੁਰੂ ਪਰਮਾਤਮਾ ਦੇ ਨਾਲ ਲੱਗੇਗੀ। ਨਹੀਂ, ਵੇਖੋ ਕਿੱਡਾ ਸੁੰਦਰ ਪ੍ਰਮਾਣ ਮਹਾਰਾਜ ਨੇ ਸਾਨੂੰ ਦਿੱਤਾ, ਬਾਣੀ ਦੇ ਰਾਹੀਂ ਸਮਝਾਇਆ। ਮਹਾਰਾਜ ਆਖਦੇ ਨੇ ਪਿਆਰਿਓ, ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ। ਜਿਹੋ ਜੀ ਮਾਤਾ ਦੇ ਪੇਟ ਵਿੱਚ ਜਠਰ ਅਗਨੀ ਹੈ, ਉਹੋ ਜੀ ਸੰਸਾਰ ਦੇ ਵਿੱਚ ਮਾਇਆ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਂ ਤਿਸ ਭਾਨਾ ਤਾ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਕੀ ਹੈ? ਸਾਧ ਸੰਗਤ, ਜਿਹਨੂੰ ਪੇਟ ਲੱਗਾ ਹੋਇਆ ਹੈ ਉਹਨੂੰ ਮਾਇਆ ਦੀ ਲੋੜ ਹੈ। ਕਿਉਂਕਿ ਕੱਪੜਾ ਵੀ ਚਾਹੀਦਾ ਹੈ, ਖਾਣ ਨੂੰ ਵੀ ਚਾਹੀਦਾ ਹੈ, ਰਹਿਣ ਨੂੰ ਵੀ ਚਾਹੀਦਾ ਹੈ। ਹੁਣ ਬਹੁਤ ਵਾਰੀ ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ, ਟਪਲਾ ਖਾ ਜਾਂਦੇ ਹਾਂ। ਰੋਜ਼ ਬਾਣੀ ਪੜ੍ਹਨ ਵਾਲੇ ਫਲਾਣੇ ਮਹਾਂਪੁਰਸ਼ ਮਾਇਆ ਨੂੰ ਹੱਥ ਨਹੀਂ ਲਾਉਂਦੇ। ਮੇਰੀ ਬੇਨਤੀ, ਪਰ ਧਿਆਨ ਦੇਵਿਓ, ਰੋਟੀ ਖਾਂਦੇ ਨੇ ਨਾ, ਕੱਪੜਾ ਪਾਉਂਦੇ ਨੇ ਨਾ, ਕਾਰ ਦੇ ਉੱਤੇ ਚੜ੍ਹਦੇ ਨੇ ਨਾ, ਸਾਰੀਆਂ ਚੀਜ਼ਾਂ ਵਰਤਦੇ ਨੇ ਤੇ ਇਹ ਕਾਹਦੇ ਨਾਲ ਆਉਂਦੀਆਂ ਨੇ ਜੀ? ਮੈਂ ਬੇਨਤੀ ਕਰ ਰਿਹਾ, ਇਹ ਕਾਹਦੇ ਨਾਲ ਆਉਂਦੀਆਂ ਨੇ? ਆਖਰ ਮਾਇਆ ਚਾਹੀਦੀ ਹੈ। ਤੇ ਸਤਿਗੁਰਾਂ ਦੀ ਪਾਵਨ ਬਾਣੀ ਨੇ ਇਹ ਨਿਰਣਾ ਦਿੱਤਾ ਹੈ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਜਿਹਨੂੰ ਉਦਰ ਲੱਗਾ ਹੈ, ਪੇਟ ਲੱਗਾ ਹੈ, ਉਹਨੂੰ ਪਿਆਰਿਓ ਮਾਇਆ ਦੀ ਲੋੜ ਹੈ। ਮਾਇਆ ਤੋਂ ਬਗੈਰ ਗੁਜ਼ਾਰਾ ਨਹੀਂ। ਪਰ ਮਾਇਆ ਦੀ ਪਰਿਭਾਸ਼ਾ ਬੜੀ ਸੁੰਦਰ ਸਮਝਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਹਰ ਉਹ ਸ਼ੈ, ਉਹ ਚੀਜ਼ ਮਾਇਆ ਹੈ ਜਿਸ ਵਿੱਚ ਲੱਗ ਕੇ ਬੰਦਾ ਰੱਬ ਨੂੰ ਭੁੱਲ ਜਾਵੇ ਤੇ ਕੇਵਲ ਸੰਸਾਰ ਨਾਲ ਹੀ ਜੁੜ ਜਾਵੇ। ਮਹਾਰਾਜ ਆਖਦੇ ਨੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਪਰ ਅੱਗੇ ਕਿਰਪਾ ਕਰ ਦਿੱਤੀ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਉਹਨਾਂ ਨੇ ਸੰਸਾਰ ਵਿੱਚ ਰਹਿ ਕੇ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਆਪਣੇ ਜੀਵਨ ਦੇ ਅੰਦਰ ਕਰ ਲਈ। ਜੋਗੀਆਂ ਬਾਰੇ ਆਪਾਂ ਸਿੱਧ ਗੋਸ਼ਟ ਬਾਣੀ ਦੇ ਅੰਦਰ ਪੜ੍ਹਦੇ ਹਾਂ। ਉਹਨਾਂ ਨੇ ਸਵਾਲ ਬਾਬਾ ਜੀ ਦੇ ਉੱਤੇ ਕੀਤੇ, ਤੁਸੀਂ ਘਰ ਕਿਉਂ ਛੱਡਿਆ? ਭੇਖ ਕਿਉਂ ਧਾਰਨ ਕੀਤਾ ਹੈ? ਕਿਸ ਵੱਖਰ ਦੇ ਵਣਜਾਰੇ ਹੋ? ਤੇ ਆ ਜਿਹੜੇ ਤੁਹਾਡੇ ਸਿੱਖ ਤੁਹਾਡੇ ਮਗਰ ਲੱਗੇ ਹੋਏ ਨੇ, ਤੁਹਾਡੀ ਸਿੱਖਿਆ ਨੂੰ ਧਾਰਨ ਕਰਨ ਵਾਲੇ, ਇਹਨਾਂ ਦਾ ਪਾਰ ਉਤਾਰਾ ਕਿਵੇਂ ਕਰੋਗੇ? ਸਿੱਧ ਗੋਸ਼ਟ ਬਾਣੀ ਦੇ ਅੰਦਰ ਪੜ੍ਹਦੇ ਆਪਾਂ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ,
किस कारण ए पेख निवासी, किस वखर के तुम वरजारे, क्यों कर साथ लंघावो पारे। ते महाराज ने इन्हां नूं जवाब दिता, गुरमुख खोजत भयो उदासी, दर्शन कै ताई पेख निवासी, साच वखर के हम वनजारे, नानक गुरमुख उतर सपारे। प्यारिओ, मैं रब दे दर्शन करन वास्ते संसार विच आया, गुरमुखां नूं भालण वास्ते आया, ते नाल ही मैं सच दा सौदा विहाजन वास्ते आया हाँ। ते जिहड़ी तुसीं ये गल कही है कि जिहड़े तुहाडे मगर लगे ने, तुहाडे सेवक ने, इन्हां दा पार उतारा किवें होवेगा। ते गुरु नानक पातशाह जी आखदे ने, जिहड़े गुरमुख बन के अपने जीवन दे अंदर विचरनगे, ਉਹ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਜਾਣਗੇ, ਇਸ ਭਵਸਾਗਰ ਤੋਂ ਪਾਰ ਲੰਘ ਜਾਣਗੇ। ਫਿਰ ਉਹਨਾਂ ਸਵਾਲ ਕੀਤਾ, ਮਹਾਰਾਜ ਅਸੀਂ ਸੰਸਾਰ ਨੂੰ ਛੱਡਿਆ, ਅਸੀਂ ਪਰਿਵਾਰ ਨੂੰ ਛੱਡਿਆ, ਤੇ ਤੁਸੀਂ ਭਲਾ ਸੰਸਾਰ ਪਰਿਵਾਰ ਵਿੱਚ ਰਹਿ ਕੇ ਕਿਵੇਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੋਗੇ। ਤੇ ਮਹਾਰਾਜ ਆਖਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਨੇ, ਸ਼ਬਦ ਸੁਰਤ ਭਵਸਾਗਰ ਤਰੀਐ, ਨਾਨਕ ਨਾਮ ਵਖਾਣੈ। ਸੁਰਤ ਸ਼ਬਦ ਭਵਸਾਗਰ ਤਰੀਐ, ਨਾਨਕ ਨਾਮ ਵਖਾਣੈ। ਜਦੋਂ ਸ਼ਬਦ ਦੇ ਵਿੱਚ ਸੁਰਤੀ ਜੁੜ ਜਾਵੇਗੀ, ਸ਼ਬਦ ਵਿੱਚ ਸੁਰਤੀ ਲੱਗ ਜਾਵੇਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਨੇ ਨਾ, ਮਹਾਰਾਜ ਆਖਦੇ ਨੇ, ਸਤਿਗੁਰ ਕੀ ਪ੍ਰਤੀਤ ਨ ਆਇਓ, ਆਇਆ ਸ਼ਬਦ ਨ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਫਿਰ ਧਿਆਨ ਦੇਵਿਓ ਸਾਧ ਸੰਗਤ, ਆਪਾਂ ਪੜ੍ਹਦੇ ਹਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ, ਜੇ ਪ੍ਰਤੀਤ ਨਹੀਂ, ਸ਼ਬਦ ਨਾਲ ਪਿਆਰ ਨਹੀਂ ਲੱਗਾ, ਤੇ ਮਹਾਰਾਜ ਆਖਦੇ ਨੇ ਭਾਵੇਂ 100 ਵਾਰੀ ਗੁਰੂ ਕੋਲ ਆ, ਪਰ ਤੈਨੂੰ ਜੀਵਨ ਦੇ ਅੰਦਰ ਸੁੱਖ ਨਹੀਂ ਮਿਲ ਸਕਦਾ। ਕਿਉਂਕਿ ਸ਼ਬਦ ਨਾ ਜਾਣੈ ਸੇ ਅੰਨੇ ਬੋਲੇ, ਸੇ ਕਿਤਿ ਆਏ ਸੰਸਾਰਾ। ਜਿਨ੍ਹਾਂ ਨੇ ਸ਼ਬਦ ਨਾਲ ਸੁਰਤੀ ਨੂੰ ਨਹੀਂ ਜੋੜਿਆ, ਮਹਾਰਾਜ ਆਖਦੇ ਨੇ ਜਿਵੇਂ ਕਮਲ ਫੁੱਲ ਪਾਣੀ ਦੇ ਵਿੱਚ ਹੈ, ਪਰ ਪਾਣੀ ਤੋਂ ਨਿਰਲੇਪ ਹੈ, ਮੁਰਗਾਬੀ ਪਾਣੀ ਵਿੱਚੋਂ ਹੀ ਉਡਾਰੀ ਮਾਰਦੀ ਹੈ। ਜਿਹੜੇ ਗੁਰਸਿੱਖ ਗੁਰਮੁਖ ਬਣ ਕੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਜੋੜਦੇ ਨੇ, ਸ਼ਬਦ ਗੁਰੂ ਵਾਰੀ ਜਿਹੜੀ ਗੱਲ ਹੈ, ਸੁਰਤ ਤੁਨ ਚੇਲਾ ਵਾਰੀ ਅਵਸਥਾ ਬਣਾਉਂਦੇ ਨੇ, ਸੋਨੇ ਕੀ ਸੋਈ ਰੂਪੇ ਕਾ ਧਾਗਾ ਵਾਰੀ ਅਵਸਥਾ ਆਪਣੇ ਜੀਵਨ ਦੇ ਅੰਦਰ ਬਣਾਉਂਦੇ ਨੇ, ਉਹ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਉਹਨਾਂ ਦੀ ਦੇਵ ਹਰ ਵੇਲੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਭਾਵੇਂ ਉਹਨਾਂ ਦਾ ਬੰਦ ਕੱਟਿਆ ਜਾਵੇ, ਭਾਵੇਂ ਉਹਨਾਂ ਦੀ ਸਾਧ ਸੰਗਤ ਖੋਪਰ ਲੈ ਜਾਣ, ਭਾਵੇਂ ਉਹਨਾਂ ਦੇ ਸਾਧ ਸੰਗਤ ਸਰੀਰ ਦਾ ਕੋਈ ਅੰਗ ਸਰੀਰ ਨਾਲੋਂ ਅੱਡ ਹੋ ਜਾਵੇ, ਪਰ ਲਿਵ ਜਿਹੜੀ ਹੈ ਉਹਨਾਂ ਦੀ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਗੁਰਮੁਖ ਹਰ ਲਿਵ ਲਾਵੈ, ਇਹ ਹੈ ਰਹਾਉ ਦਾ ਬੰਦ। ਗੁਰੂ ਦੇ ਸਨਮੁਖ ਹੋਣ ਵਾਲਾ ਵਾਹਿਗੁਰੂ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜੀ ਰੱਖਦਾ ਹੈ। ਕਿਆ ਇਉਂ ਕਹਿ ਰਹੀਏ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਨੇ, ਉਹਨਾਂ ਦੀ ਲਿਵ, ਉਹਨਾਂ ਦੀ ਸੁਰਤੀ ਹਰ ਵੇਲੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਜਿਹੜੀ ਨਾ, ਉਹ ਜੁੜੀ ਰਹਿੰਦੀ ਹੈ। ਕਿਉਂਕਿ ਅਵਸਥਾ ਹੁੰਦੀ, ਪਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤਰਿਕ ਮੌਲਾ। ਗੁਰਮੁਖ ਜਿਹੜੇ ਨੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਨੇ, ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਹੋਈ, ਜਿਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨ ਜਾਣੇ ਕੋਏ, ਕਹਿ ਨਾਨਕ ਸੁਨੋ ਸੰਤੋ, ਸੋ ਸਿੱਖ ਸਨਮੁਖ ਹੋਏ। ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰੂ ਦੇ ਪਰਨੇ ਹੋ ਕੇ ਚੱਲਦਾ ਹੈ, ਗੁਰੂ ਦੀ ਮੱਤ ਅਨੁਸਾਰ ਚੱਲਦਾ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ, ਮਹਾਰਾਜ ਆਖਦੇ ਨੇ ਉਹਨਾਂ ਦੀ ਲਿਵ ਹਰ ਵੇਲੇ ਸੁਰਤੀ, ਭਾਵੇਂ ਉਹ ਦੁਨੀਆ ਦੇ ਅੰਦਰ ਰਹਿਣ, ਪਰ ਉਹਨਾਂ ਦੀ ਅਵਸਥਾ ਕੀ ਹੈ, ਨਾਮਾ ਮਾਇਆ ਮੋਹਿਆ, ਕਹੇ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੇ, ਰਾਮ ਨ ਲਾਵੋ ਚੀਤ, ਨਾਮਾ ਕਹੇ ਤਲੋਚਨਾ, ਮੁਖਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਗੁਰਮੁਖਾਂ ਦੀ, ਵਾਹਿਗੁਰੂ ਦੇ ਪਿਆਰਿਆਂ ਦੀ ਸੁਰਤੀ ਹਮੇਸ਼ਾ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਰਹਾਉ
ਹਮਰਾ ਠਾਕੁਰ ਸਤਿਗੁਰ ਪੂਰਾ। मेरा पूरा गुरु ही मेरा ठाकुर है, मेरा मालिक है, मेरा स्वामी है। साध संगत ਆਪਾਂ ਰੋਜ਼ ਪੜ੍ਹਦੇ ਹਾਂ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਮੇਰੇ ਵਾਸਤੇ ਕੇਵਲ ਤੇ ਕੇਵਲ ਮੇਰਾ ਗੁਰੂ ਹੀ ਸਭ ਕੁਝ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੇਰਾ ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਾਲਕ ਹੈ। ਮਨ ਗੁਰ ਕੀ ਕਾਰ ਕਮਾਵੈ। ਤੇ ਮੇਰਾ ਮਨ ਹੁਣ ਗੁਰੂ ਦੀ ਦੱਸੀ ਕਾਰ ਕਮਾ ਰਿਹਾ ਹੈ, ਕਿਉਂਕਿ ਸਾਧ ਸੰਗਤ ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰ ਸਿੱਖ ਕਰਨਾ। ਗੁਰੂ ਦੀ ਸਿੱਖੀ ਕਮਾਉਣ ਵਾਲਾ ਸਿੱਖ ਜਿਹੜਾ ਹੈ, ਉਹ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਂਦਾ ਹੈ, ਕਿੰਤੂ ਨਹੀਂ ਕਰਦਾ। ਜੇ ਗੁਰੂ ਆਖਦਾ ਹੈ ਅੰਮ੍ਰਿਤ ਵੇਲੇ ਜਾਗਣਾ ਹੈ, ਜਾਗਣਾ ਹੈ, ਬਾਣੀ ਪੜ੍ਹਨੀ ਹੈ, ਪੜ੍ਹਨੀ, ਸਤ ਸੰਗਤ ਵਿੱਚ ਜਾਣਾ ਹੈ, ਜਾਣਾ ਹੈ, ਇਹ ਗੱਲਾਂ ਉਹ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਨਾ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖਿਆ ਖਾਏ, ਰਹਿਤ ਬਿਨਾ ਦਰ ਝੋਟਾ ਖਾਏ। ਮਹਾਰਾਜ ਆਖਦੇ ਨੇ ਮੇਰਾ ਪੂਰਾ ਗੁਰੂ ਹੀ ਮੇਰਾ ਮਾਲਕ ਹੈ, ਤੇ ਮੈਂ ਗੁਰੂ ਦੀ ਦੱਸੀ ਹੋਈ ਕਾਰ ਕੰਮ ਆਪਣੇ ਜੀਵਨ ਦੇ ਅੰਦਰ ਕਰਦਾ ਹਾਂ। ਹਮ ਮਲ ਮਲ ਧੋਵਹਿ ਪਾਵ ਗੁਰੂ ਕੇ, ਜੋ ਹਰ ਹਰ ਕਥਾ ਸੁਣਾਵੈ। ਜਿਹੜਾ ਗੁਰੂ ਮੈਨੂੰ ਵਾਹਿਗੁਰੂ ਪਰਮਾਤਮਾ ਦੀ ਕਥਾ ਸੁਣਾਉਂਦਾ ਹੈ, ਸਿਫਤ ਸਲਾਹ ਦੇ ਨਾਲ ਜੋੜਦਾ ਹੈ, ਉਸ ਗੁਰੂ ਤੋਂ ਮੈਂ ਇੰਨਾ ਕੁ ਸਦਕੇ ਜਾਨਾ, ਇੰਨਾ ਕੁ ਕੁਰਬਾਨ ਜਾਨਾ, ਮੈਂ ਉਸ ਦੇ ਪੈਰ ਜਿਹੜੇ ਨਾ ਉਹ ਮਲ ਮਲ ਕੇ ਧੋਨਾ। ਇਸ ਦਾ ਭਾਵ ਹੈ ਨਿਮਰਤਾ ਨੂੰ ਧਾਰਨ ਕਰਕੇ ਮੈਂ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਕਿਉਂਕਿ ਮਹਾਰਾਜ ਨੇ ਬਚਨ ਕੀਤਾ ਨਾ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ, ਕਿਉਂਕਿ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਮੈਂ ਉਸ ਗੁਰੂ ਤੋਂ ਸਦਕੇ ਜਾਨਾ, ਕੁਰਬਾਨ ਜਾਨਾ। ਨਿਮਰਤਾ ਨਾਲ ਮੈਂ ਆਪਣੇ ਸਤਿਗੁਰੂ ਜੀ ਦੇ ਪੈਰ ਜਿਹੜੇ ਨੇ ਨਾ ਉਹ ਧੋ ਧੋ ਕੇ ਜਿਹੜਾ ਨਾ ਮਲ ਮਲ ਕੇ ਧੋਂਦਾ ਹਾਂ, ਤੇ ਨਾਲ ਹੀ ਮੈਂ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਕਿਉਂਕਿ ਸਤਿਗੁਰੂ ਮੈਨੂੰ ਹਰੀ ਦੀਆਂ ਕਥਾ ਸੁਣਾਉਂਦਾ। ਐਸੇ ਸਤਿਗੁਰੂ ਦਾ ਮੈਂ ਧੰਨਵਾਦ, ਸਤਿਕਾਰ, ਮਾਨ ਆਪਣੇ ਜੀਵਨ ਦੇ ਅੰਦਰ ਕਰਦਾ ਹਾਂ। ਹਿਰਦੈ ਗੁਰਮਤਿ ਰਾਮ ਰਸਾਇਣ। ਗੁਰੂ ਦੀ ਮੱਤ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਰਾਮ ਰਸਾਇਣ, ਰਸਾਇਣ ਤੋਂ ਭਾਵ ਹੈ ਰਸਾਂ ਦਾ ਘਰ। ਵਾਹਿਗੁਰੂ ਪਰਮਾਤਮਾ ਸਾਰੇ ਰਸਾਂ ਦਾ ਘਰ ਹੈ। ਮਹਾਰਾਜ ਆਖਦੇ ਨੇ ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਜਿਹੜਾ ਰਸਾਂ ਦਾ ਘਰ ਹੈ ਆ ਕੇ ਵਸ ਜਾਂਦਾ ਹੈ। ਜਿਹਵਾ ਹਰ ਗੁਣ ਗਾਵੈ। ਉਹ ਅੱਠੇ ਪੈਰ ਆਪਣੀ ਜੀਭ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ। ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਭਲਾਇਨ। ਕਿਉਂਕਿ ਗੁਰੂ ਆਪਣੇ ਉਪਦੇਸ਼ ਦੁਆਰਾ, ਗੁਰੂ ਆਪਣੀ ਮੱਤ ਦੁਆਰਾ ਉਹਨਾਂ ਨੂੰ ਸਮਝਾ ਦਿੰਦਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੁਣ ਪੁੱਛੀਏ ਸਤਿਗੁਰੂ ਨੂੰ, ਸਤਿਗੁਰੂ ਜੀ ਰਸ ਦੁਨੀਆ ਦੇ ਅੰਦਰ ਕਿੰਨੇ ਕੁ ਨੇ? ਤੇ ਮਹਾਰਾਜ ਨੇ ਇੱਕ ਰਸ ਨਹੀਂ, ਦੋ ਰਸ ਨਹੀਂ, ਬਲਕਿ ਕਈ ਰਸਾਂ ਦਾ ਜ਼ਿਕਰ ਆਪਣੀ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਸੇਜਾ, ਰਸ ਘੋੜੇ ਮੰਦਰ, ਰਸ ਮਿੱਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ।
ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਉਹਨਾਂ ਦੇ ਅੰਦਰ ਰਸਾਂ ਦਾ ਘਰ ਵਾਹਿਗੁਰੂ ਪਰਮਾਤਮਾ ਵਸ ਜਾਂਦਾ ਹੈ ਤੇ ਅੱਠੇ ਪੈਰ ਉਹ ਆਪਣੀ ਜੀਭ ਦੇ ਨਾਲ ਵਾਹਿਗੁਰੂ ਪਰਮਾਤਮਾ ਦੀ ਉਸਤਤ ਕਰਦੇ ਹਨ। ਮਾਨ ਰਸਕ ਰਸਕ ਹਰ ਰਸ ਆਗਾਨੇ, ਫੇਰ ਬਹੁਰ ਨਾ ਭੂਖ ਲਗਾਵੇ। ਮਨ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਰਸ ਚੱਖ ਕੇ ਉਹ ਰੱਜ ਜਾਂਦੇ ਹਨ। ਫਿਰ ਉਹਨਾਂ ਦੀਆਂ ਦੁਨਿਆਵੀ ਸਾਰੀਆਂ ਭੁੱਖਾਂ ਜਿਹੜੀਆਂ ਨੇ ਮੁੱਕ ਜਾਂਦੀਆਂ ਨੇ। ਕੋਈ ਕਰੈ ਉਪਾਵ ਅਨੇਕ ਬਹੁ ਤੇਰੇ, ਬਿਨ ਕਿਰਪਾ ਨਾਮ ਨਾ ਪਾਵੈ। ਨਾਮ ਜ਼ਿੰਦਗੀ ਦੇ ਅੰਦਰ ਜਪਣਾ ਹੈ, ਪਰ ਨਾਮ ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਮਹਾਰਾਜ ਦੇ ਪਾਵਨ ਬਚਨ ਨੇ, ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਨ੍ਹਾਂ ਕੋਲੋਂ ਆਪਣਾ ਨਾਮ ਜਪਾਂਦਾ ਕਿਰਪਾ ਕਰਕੇ ਉਹੀ ਨਾਮ ਜਪਦੇ ਨੇ। ਹਾਂ, ਨਾਮ ਨੂੰ ਛੱਡ ਕੇ ਲੋਕ ਬਹੁਤ ਸਾਰੇ ਕਰਮ ਕਰਦੇ ਨੇ, ਪਰ ਉਹਨਾਂ ਕਰਮਾਂ ਦੀ ਕੀਮਤ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਨਹੀਂ ਪੈਂਦੀ। ਜਿਵੇਂ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਂ ਸਿਉ ਸੰਗ ਨ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲ ਨ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਵੇਕਾ। ਮਹਾਰਾਜ ਆਖਦੇ ਨੇ ਜਿਨ੍ਹਾਂ ਉੱਤੇ ਕਿਰਪਾ ਕਰਦਾ ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਬਾਕੀ ਕਰਮ ਜਿਹੜੇ ਨੇ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਦੇਖੇ ਨਹੀਂ ਪੈਂਦੇ। ਜਨ ਨਾਨਕ ਕੋ ਹਰ ਕਿਰਪਾ ਧਾਰੀ, ਮਤ ਗੁਰਮਤ ਨਾਮ ਦਿਰੜਾਵੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਅਖੀਰ ਵਿੱਚ ਕਿਰਪਾ ਕਰਦੇ ਨੇ। ਜਿਨ੍ਹਾਂ ਉੱਤੇ ਉਹ ਵਾਹਿਗੁਰੂ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ, ਉਹ ਮਤ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਦ੍ਰਿੜ ਕਰ ਲੈਂਦੇ ਨੇ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ। ਆਪ ਜੀ ਬਹੁਤ ਵਾਰੀ ਇਹ ਬਚਨ ਪੜ੍ਹਦੇ ਹੋ, ਸਤਿਗੁਰ ਨਾਮ ਨਿਧਾਨ ਦੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਨੋ ਕਰ ਲੀਨਾ, ਮਨ ਵਸਿਆ ਅਬਨਾਸੀ। ਸਤਿਗੁਰੂ ਅਨੇਕਾਂ ਤਰੀਕਿਆਂ ਦੇ ਨਾਲ ਸਾਨੂੰ ਸੋਝੀ ਦਿੰਦੇ ਨੇ ਤੇ ਨਾਲ ਦੀ ਨਾਲ ਨਾਮ ਜਪਣ ਦੀ ਪ੍ਰੇਰਨਾ ਕਰਦੇ ਨੇ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਅਸੀਂ ਜੀਵਨ ਦੇ ਅੰਦਰ ਗੁਰੂ ਕੀ ਮੱਤ ਨੂੰ ਜੀਵਨ ਦੇ ਅੰਦਰ ਧਾਰਨ ਕਰੀਏ। ਗੁਰਬਾਣੀ ਕੀਰਤਨ, ਗੁਰਬਾਣੀ ਪਾਠ, ਗੁਰਬਾਣੀ ਕਥਾ ਜੀਵਨ ਦੇ ਅੰਦਰ ਸਰਵਨ ਕਰੀਏ ਤੇ ਨਾਲ ਦੀ ਨਾਲ ਭਾਈ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਦਾਤਾ ਹੈ ਨਾ, ਉਸ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਫਿਰ ਲੋਕ ਨਾਲ ਪਰਲੋਕ ਸੌਰੇਗਾ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਜਿੱਥੇ ਸਤਿਗੁਰਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਸਮੁੱਚਾ ਪ੍ਰਬੰਧ ਜਿਨ੍ਹਾਂ ਨੇ ਸਾਧ ਸੰਗਤ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਉਡੀਕਿਆ ਤੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਤੇ ਕੁਝ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਕੋਈ ਕਰੈ ਉਪਾਵ ਅਨੇਕ ਬਹੁ ਤੇਰੇ, ਬਿਨ ਕਿਰਪਾ ਨਾਮ ਨ ਪਾਵੈ। ਜਨ ਨਾਨਕ ਕੋ ਹਰ ਕਿਰਪਾ ਧਾਰੀ, ਮਤ ਗੁਰਮਤ ਨਾਮ ਦਿਰੜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।